संत भेटिया नानक मन परगास। अगम अगोचर सच साहिब मेरा, नानक बोलै बुलाया तेरा। बेशुमार अथाह अगणत अतुल्य, ज्यों बुलावो त्यों नानक दास बोलै। सतनाम श्री वाहिगुरु साहिब जी आसा। फील रबाबी बलद पखावज, कौआ ताल बजावै। पैर चोलना गदहा नाचै, पैसा भगत करावै। राजा राम ककरिया बरे पकाए, किनै बूझण हारै खाए। रहाओ बैठ सिंह घर पान लगावै, कीस गलौरे लियावै। घर घर मुसरी मंगल गावै, कछुआ शंख बजावै। बंस को पूत बियाहन चलिया, सोने मंडप छाए। रूप कन्या सुंदर बेदी, ससै सिंह गुण गाए। कहत कबीर सुनो रे संतो, कीर्ति पर्वत खाया। कछुआ कह अंगार पी लोरो, लूकी शब्द सुनाया। कहत कबीर सुनो रे संतो, कीटी पर्वत खाया। कछुआ कह अंगार पी लोरो, लूकी शब्द सुनाया। वाहिगुरु जी का खालसा, वाहिगुरु जी की फतेह। परम सत्कारयोग गुरु रूप गुरु खालसा साध संगत जीओ। चल रही लड़ीवार गुरबाणी की कथा विचार के तहत इस समय आप जी ने भगत कबीर साहब जी का आसा राग दे विच उचारण किया होया पावन शब्द पाठ सरवण किया है। ये पावन शब्द श्री गुरु ग्रंथ साहिब महाराज जी के पावन अंग 477 अंग ते सुभाएमान है, अंकित है। इस पावन शब्द दे विच भगत कबीर साहब जी जो उपदेश कर रहे हैं, उन्होंने कुछ बाहरले जीवां दा, जानवरां दा, पशुआं दा उदाहरण दे के प्रमाण दे के समझाना कीता है कि किवें गुरु की कृपा नाल अंदर की अवस्था चेंज हो गई, तब्दील हो गई है। सतगुरु की बाणी जदों आपां ध्यान नाल पढ़ीए तो सानू ये बोध मिलता है, ये सोझी मिलती है, ये ज्ञान मिलता है कि सतगुरु की बाणी कहती है मनुख मनुख की तरह नहीं जी रहा। इन्नी दुनिया दे विचों कोई गिणती दे हन जिहड़े मनुख हन
ਤੇ ਬਹੁਤਾਤ ਗਿਣਤੀ ਵਿੱਚ ਜਿਹੜੀ ਇੰਨੀ ਦੁਨੀਆ ਹੈ, ਮਹਾਰਾਜ ਨੂੰ ਪੁੱਛੀਏ ਮਹਾਰਾਜ ਇਹ ਕੌਣ ਹਨ? ਪਾਤਸ਼ਾਹ ਜੀ ਕਹਿੰਦੇ ਜੇਕਰ ਆਪਣੇ ਮਨੁੱਖਾ ਜੀਵਨ ਨੂੰ ਨਹੀਂ ਸਮਝਿਆ ਤੇ ਫਿਰ ਇਹ ਲੋਕ ਕੌਣ ਹਨ? ਆਵਣ ਆਏ ਸ੍ਰਿਸ਼ਟ ਮੈਂ ਬਿਨ ਬੂਝੇ ਪਸ਼ੂ ਢੋਰ। ਮਹਾਰਾਜ ਕਹਿੰਦੇ ਤੇ ਪਸ਼ੂਆਂ ਦੀ ਤਰ੍ਹਾਂ ਹਨ, ਇਹ ਢੋਰ ਹਨ, ਇਹ ਗਵਾਰ ਹਨ। ਫਿਰ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੰਸਕ੍ਰਿਤੀ ਦੀ ਬਾਣੀ ਅੰਦਰ ਵੀ ਫਰਮਾਨ ਕਰਦੇ ਨੇ, ਮਨੁੱਖ ਇਹ ਜਿਹੜਾ ਸੰਸਾਰ ਹੈ ਮਹਾਰਾਜ ਕਹਿੰਦੇ ਇੱਕ ਜੰਗਲ ਹੈ, ਤੇ ਮਨੁੱਖ ਨਹੀਂ ਰਿਹਾ, ਉਹ ਪਸ਼ੂ ਬਣ ਚੁੱਕਾ ਹੈ ਤੇ ਉਹਦੇ ਸੰਬੰਧੀ ਵੀ ਪਸ਼ੂ ਹਨ। ਕਿਉਂਕਿ ਮਨੁੱਖ ਜਿਸ ਤਰ੍ਹਾਂ ਦੀ ਕੈਟਾਗਰੀ ਦਾ ਹੁੰਦਾ ਹੈ ਉਸ ਤਰ੍ਹਾਂ ਦੇ ਸੰਬੰਧ ਉਹਦੇ ਨਾਲ ਜੁੜ ਜਾਂਦੇ ਨੇ। ਮਨੁੱਖ ਜਿਸ ਤਰ੍ਹਾਂ ਦਾ ਵੀ ਹੈ, ਜੇਕਰ ਮਨੁੱਖ ਦੇ ਕੋਲ ਚੰਗੇ ਗੁਣ ਨੇ ਤੇ ਉਹ ਕੁਦਰਤੀ ਤੌਰ ਆਟੋਮੈਟਿਕ ਚੰਗੇ ਲੋਕਾਂ ਨਾਲ ਜੁੜੀ ਜਾਂਦਾ, ਕਿਉਂਕਿ ਉਹਨਾਂ ਗੁਣਾਂ ਦੀ ਬਦੌਲਤ ਉਹਦੀ ਚੰਗੇ ਮਨੁੱਖਾਂ ਨਾਲ ਸਾਂਝ ਪੈਂਦੀ ਹੈ, ਦੋਸਤੀ ਹੁੰਦੀ, ਮਿੱਤਰਤਾ ਬਣਦੀ ਹੈ। ਜੇ ਕੋਈ ਜੁਆਰੀ ਜੂਆ ਖੇਡਦਾ ਹੈ ਤਾਂ ਉਹਨੂੰ ਫਿਰ ਉਸ ਤਰ੍ਹਾਂ ਦੇ ਜੂਆ ਖੇਡਣ ਵਾਲੇ ਮਿਲ ਜਾਂਦੇ ਨੇ, ਉਹਦੇ ਸੰਗੀ ਸਾਥੀ ਉਹ ਬਣ ਜਾਂਦੇ ਨੇ। ਜੇ ਕੋਈ ਨਸ਼ਾ ਕਰਦਾ ਤੇ ਉਹਨੂੰ ਅਮਲੀ ਮਿਲ ਜਾਂਦੇ ਨੇ। ਉਸ ਤਰ੍ਹਾਂ ਦੇ ਲੋਕਾਂ ਨਾਲ ਉਹਨਾਂ ਦੀ ਮਿੱਤਰਤਾ ਦੋਸਤੀ ਬਣ ਜਾਂਦੀ ਹੈ, ਸੰਬੰਧ ਜੁੜ ਜਾਂਦਾ ਹੈ। ਮਹਾਰਾਜ ਕਹਿੰਦੇ ਜੇਕਰ ਮਨੁੱਖਾ ਜੀਵਨ ਬਾਰੇ ਸਮਝ ਨਹੀਂ ਲੱਗੀ ਕਿ ਮਨੁੱਖਾ ਜੀਵਨ ਸਾਨੂੰ ਕਿਉਂ ਮਿਲਿਆ ਹੈ, ਮਨੁੱਖਾ ਜੀਵਨ ਦਾ ਲਕਸ਼ ਕੀ ਹੈ, ਤਾਂ ਸਤਿਗੁਰੂ ਬਾਣੀ ਵਿੱਚ ਕਹਿੰਦੇ ਨੇ ਸੰਸਕ੍ਰਿਤੀ ਦੇ ਵਿੱਚ ਉਦਿਆਨ ਬਸਨੰ ਸੰਸਾਰੰ ਸੰਬੰਧੀ ਸਵਾਨ ਸਿਆਲ ਖਰੈ। ਮਹਾਰਾਜ ਕਹਿੰਦੇ ਜੇਕਰ ਸਮਝ ਨਹੀਂ ਆਈ ਮਨੁੱਖਾ ਜੀਵਨ ਦੀ ਤਾਂ ਇਹ ਮਨੁੱਖ ਸੰਸਾਰ ਰੂਪੀ ਜੰਗਲ ਦੇ ਵਿੱਚ ਹੈ ਤੇ ਇਹਦੇ ਸੰਬੰਧੀ ਕੌਣ ਨੇ? ਸਵਾਨ, ਖੋਤਾ ਅਤੇ ਗਿੱਦੜ ਆਦਿ ਜਿਹੜੇ ਨੇ ਉਹ ਇਹਦੇ ਸੰਬੰਧੀ ਨੇ। ਭਾਵ ਇਹ ਪਸ਼ੂਆਂ ਦੀ ਤਰ੍ਹਾਂ ਹੈ, ਜਾਨਵਰਾਂ ਦੀ ਤਰ੍ਹਾਂ ਹੈ। ਜੇ ਆਪਾਂ ਥੋੜ੍ਹੀ ਜਿਹੀ ਡੂੰਘਾਈ ਨਾਲ ਵੇਖੀਏ, ਮਨੁੱਖ ਨਹੀਂ ਰਿਹਾ, ਇਹ ਪਸ਼ੂ ਬਿਰਤੀ ਦੇ ਵਿੱਚ ਜੀ ਰਿਹਾ ਹੈ। ਦੇਖਣ ਨੂੰ ਲੱਗਦਾ ਵੀ ਮਨੁੱਖ ਹੈ। ਮਹਾਰਾਜ ਬਚਨ ਕਰਦੇ ਨੇ ਕਰਤੂਤ ਪਸ਼ੂ ਕੀ ਮਾਨਸ ਜਾਤ। ਕਰਤੂਤ ਤੋਂ ਪਤਾ ਲੱਗ ਜਾਂਦਾ ਵੀ ਇਹ ਕੀ ਚੀਜ਼ ਹੈ। ਮਹਾਰਾਜ ਕਹਿੰਦੇ ਇਹਦੀਆਂ ਕਰਤੂਤਾਂ ਪਸ਼ੂਆਂ ਵਾਲੀਆਂ ਨੇ ਸਾਰੀਆਂ। ਸਰੀਰ ਠੀਕ ਹੈ ਕਿ ਦੇਹੀ ਮਨੁੱਖ ਵਾਲੀ ਹੈ, ਪਰ ਕੰਮ ਸਾਰੇ ਹੀ ਪਸ਼ੂਆਂ ਵਾਲੇ ਕਰ ਰਿਹਾ ਹੈ। ਉਹਦਾ ਕਾਰਨ ਵੀ ਗੁਰਬਾਣੀ ਨੇ ਦੱਸਿਆ ਵੀ ਮਨੁੱਖ ਦੇ ਅੰਦਰ ਪਸ਼ੂ ਬਿਰਤੀ ਕਿਉਂ ਹੈ, ਜਾਨਵਰਾਂ ਵਾਲੀ ਬਿਰਤੀ ਕਿਉਂ ਹੈ। ਕਿਉਂਕਿ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਕਾਰਨ ਵੀ ਦੱਸਿਆ ਹੈ, ਬਿਮਾਰੀ ਵੀ ਦੱਸੀ ਹੈ ਵੀ ਬਿਮਾਰੀ ਕਿਹੜੀ ਹੈ, ਉਹਦਾ ਕਾਰਨ ਵੀ ਦੱਸਿਆ, ਬਿਮਾਰੀ ਲੱਗੀ ਕਿਸ ਕਾਰਨ ਕਰਕੇ ਹੈ, ਔਰ ਉਸ ਬਿਮਾਰੀ ਦਾ ਫਿਰ ਇਲਾਜ ਵੀ ਦੱਸਿਆ ਹੈ। ਤਿੰਨੇ ਚੀਜ਼ਾਂ ਦੱਸੀਆਂ ਨੇ ਮਹਾਰਾਜ ਨੇ। ਕਾਰਨ ਦੱਸਿਆ ਵੀ ਮਨੁੱਖ ਦੇ ਅੰਦਰ ਪਸ਼ੂ ਕਿਉਂ ਬੈਠੇ ਨੇ, ਜਾਨਵਰ ਕਿਉਂ ਬੈਠੇ ਨੇ, ਪੰਛੀ ਕਿਉਂ ਬੈਠੇ ਨੇ, ਕਿਉਂ ਮਨੁੱਖ ਇਸ ਤਰ੍ਹਾਂ ਦਾ ਹੈ ਵੀ ਇਹ ਪਸ਼ੂਆਂ ਵਾਲਾ ਜੀਵਨ, ਪੰਛੀਆਂ ਜਾਨਵਰਾਂ ਵਾਲਾ ਹੈ। ਤੇ ਫਿਰ ਇਹ ਰੋਗ ਦੱਸਿਆ ਵੀ ਇਹ ਰੋਗ ਜਿਹੜਾ ਹੈ ਪਸ਼ੂ ਬਿਰਤੀ ਵਾਲਾ ਇਹ ਲੱਗਾ ਕਿਉਂ ਹੈ ਤੇ ਇਹਦਾ ਇਲਾਜ ਕੀ ਹੈ। ਇਸ ਸ਼ਬਦ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਕਹਿੰਦੇ ਉਹ ਪਸ਼ੂਆਂ ਵਾਲਾ ਜੀਵਨ, ਉਹ ਜਿਹੜਾ ਅੰਦਰ ਜਾਨਵਰ ਬੈਠੇ ਸੀ ਉਹ ਤਬਦੀਲ ਹੋ ਗਏ ਨੇ। ਉਹ ਸੁਭਾਅ ਸਾਡਾ ਮਰ ਗਿਆ, ਹੁਣ ਨਵਾਂ ਸੁਭਾਅ ਪੈਦਾ ਹੋ ਗਿਆ ਹੈ।
ਜਿਹੜਾ ਸੁਭਾਅ ਅੱਕ ਦੀ ਕੱਕੜੀ ਵਰਗਾ ਕੌੜਾ ਸੀ, ਜਿਹੜਾ ਸਾਡਾ ਮਨ ਉਹਦੇ ਵਰਗਾ ਸੀ, ਅੱਕ ਦੀ ਕੱਕੜੀ ਵਰਗਾ, ਉਹ ਹੁਣ ਮਿੱਠਾ ਪੱਕਾ ਹੋਇਆ ਅੰਬ ਬਣ ਗਿਆ ਹੈ। ਰਹਾਉ ਦੀਆਂ ਪੰਕਤੀਆਂ ਨੇ ਇਸ ਸ਼ਬਦ ਦੀਆਂ, ਰਾਜਾ ਰਾਮ ਕਕਰੀਆ ਬਰੇ ਪਕਾਏ, ਕਕਰੀ ਆਂਬਰੇ ਪਕਾਏ। ਜਿਹੜੀ ਕਕਰੀ ਅੱਕ ਦੀਆਂ ਕੱਕੜੀਆਂ ਹੁੰਦੀਆਂ ਨੇ ਨਾ, ਉਹ ਅੰਬ ਵਰਗੀਆਂ ਲੱਗਦੀਆਂ ਨੇ ਪਰ ਹੁੰਦੀਆਂ ਕੌੜੀਆਂ ਨੇ, ਬਿਲਕੁਲ ਅੰਬਾਂ ਵਰਗੀਆਂ ਲੱਗਦੀਆਂ ਨੇ। ਜਿਹੜਾ ਸਾਡਾ ਮਨ ਅੱਕ ਦੀ ਕਕੜੀ ਤਰ੍ਹਾਂ ਕੌੜਾ ਸੀ, ਹੁਣ ਅੰਬ ਤਰ੍ਹਾਂ ਮਿੱਠਾ ਹੋ ਗਿਆ। ਪਰ ਉਹ ਕਿਵੇਂ ਹੋਇਆ ਹੈ? ਉਹ ਪਸ਼ੂ ਬਿਰਤੀਆਂ ਕਿਵੇਂ ਤਬਦੀਲ ਹੋਈਆਂ ਨੇ, ਅਤੇ ਉਹ ਸਾਰਾ ਭਗਤ ਕਬੀਰ ਸਾਹਿਬ ਇਸ ਸ਼ਬਦ ਦੇ ਵਿੱਚ ਦੱਸ ਰਹੇ ਨੇ। ਹੁਣ ਕਾਰਨ ਵੀ ਦੱਸਿਆ ਮਹਾਰਾਜ ਨੇ ਵੀ ਇਹ ਪਸ਼ੂ ਬਿਰਤੀ ਮਨੁੱਖ ਦੇ ਅੰਦਰ ਕਿਉਂ ਆਈ ਹੈ, ਇਹ ਜਾਨਵਰਾਂ ਵਾਲੀ ਬਿਰਤੀ ਕਿਉਂ ਆਈ ਹੈ ਮਨੁੱਖ ਦੇ ਅੰਦਰ। ਸਤਿਗੁਰੂ ਜੀ ਕਹਿੰਦੇ ਵੀ ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ, ਮਿਲ ਜਗਦੀਸ਼ ਮਿਲਨ ਕੀ ਵਰੀਆ, ਚਰੰਕਾਲ ਇਹ ਦੇ ਸੰਜਰੀਆ। ਦੇਖੋ ਮਨੁੱਖ ਜਿਸ ਤਰ੍ਹਾਂ ਦਾ ਜੀਵਨ ਜੀਵੇ ਨਾ, ਉਸ ਤਰ੍ਹਾਂ ਦਾ ਉਹਦਾ ਸੁਭਾਅ ਬਣ ਜਾਂਦਾ ਹੈ। ਜਿਵੇਂ ਵੇਖੋ ਜਿਹੜੇ ਫੌਜ ਵਿੱਚ ਨੌਕਰੀ ਕਰਦੇ ਨੇ, ਆਪਣੇ ਘਰਾਂ ਵਿੱਚ ਹੀ ਜਾਂਦੇ ਨੇ, ਆਪਣੇ ਪਰਿਵਾਰ ਦੇ ਮੈਂਬਰ ਨੇ, ਜਦੋਂ ਉਹਨਾਂ ਨੇ ਉੱਥੇ ਲੰਮਾ ਸਮਾਂ ਨੌਕਰੀ ਕੀਤੀ, ਉਸ ਤਰ੍ਹਾਂ ਦੀ ਬੋਲ ਚਾਲ ਬੋਲੇ ਅਤੇ ਉਹਨਾਂ ਦੇ ਜੀਵਨ ਦੇ ਵਿੱਚ ਉਹ ਚੀਜ਼ ਆ ਜਾਂਦੀ ਹੈ। ਬੜੇ ਡਿਸਿਪਲਨ ਦੇ ਵਿੱਚ ਰਹਿਣਾ ਹੈ, ਸਾਰਾ ਕੁਝ ਬੜੇ ਨੇਮ ਦੇ ਵਿੱਚ, ਨਿਯਮ ਦੇ ਵਿੱਚ, ਕਾਨੂੰਨ ਦੇ ਵਿੱਚ ਕਰਨਾ ਹੈ। ਉੱਠਣਾ ਬਹਿਣਾ ਸੌਣਾ ਖਾਣਾ ਪੀਣਾ ਸਾਰਾ ਉਹਨਾਂ ਦਾ ਇੱਕ ਡਿਸਿਪਲਨ ਵਿੱਚ ਹੁੰਦਾ ਹੈ। ਉਹਦਾ ਡਿਸਿਪਲਨ ਇਹ ਕਿੱਥੋਂ ਆ ਗਿਆ? ਕਿਉਂਕਿ ਉਹਨਾਂ ਨੇ ਲੰਮਾ ਸਮਾਂ ਨੌਕਰੀ ਕਰਦਿਆਂ ਉਸ ਕਾਇਦੇ ਕਾਨੂੰਨ ਨੂੰ, ਡਿਸਿਪਲਿਨ ਨੂੰ ਆਪਣੇ ਜੀਵਨ ਦੇ ਵਿੱਚ ਕਮਾਇਆ ਹੈ। ਉਹ ਹੁਣ ਉਹਨਾਂ ਦੇ ਜੀਵਨ ਵਿੱਚ ਆ ਗਿਆ ਹੈ। ਜਿਵੇਂ ਕੋਈ ਡਾਕਟਰ ਹੈ, ਉਹ ਡਾਕਟਰਾਂ ਵਾਲੀ ਬੋਲੀ ਬੋਲਦੀ ਜਾਂਦਾ, ਭਾਵੇਂ ਰਿਟਾਇਰ ਵੀ ਹੋ ਜਾਵੇ, ਕਿਉਂਕਿ ਉਹਨੇ ਲੰਮਾ ਸਮਾਂ ਉਹ ਕੀਤਾ ਜਿਹੜਾ ਕੀਤਾ ਹੈ। ਕੋਈ ਵੀ ਕੰਮ ਮਨੁੱਖ ਕਰਦਾ ਹੈ, ਉਹਦੇ ਸੁਭਾਅ ਦੇ ਵਿੱਚ ਆ ਜਾਂਦਾ ਹੈ, ਉਹਦੇ ਸੁਭਾਅ ਦੇ ਵਿੱਚ ਉਹ ਚੀਜ਼ ਆ ਜਾਂਦੀ ਹੈ। ਮਨੁੱਖ ਦੇ ਅੰਦਰ ਪਸ਼ੂ ਕਿਉਂ ਨੇ, ਜਾਨਵਰਾਂ ਵਾਲੀ ਬਿਰਤੀ ਕਿਉਂ ਹੈ? ਤਾਂ ਸਤਿਗੁਰੂ ਕਹਿੰਦੇ ਕਈ ਕਈ ਜਨਮ, ਇੱਕ ਇੱਕ ਜਨਮ ਨਹੀਂ, ਕਈ ਕਈ ਜਨਮ ਉਹਨਾਂ ਜੂਨੀਆਂ ਦੇ ਵਿੱਚ ਰਿਹਾ ਹੈ। ਕਈ ਮਨੁੱਖ ਐਸੇ ਹੁੰਦੇ ਨੇ, ਤੁਸੀਂ ਉਹਨਾਂ ਦਾ ਕਿੰਨਾ ਵੀ ਭਲਾ ਕਰੋ, ਉਹ ਤੁਹਾਡਾ ਨੁਕਸਾਨ ਹੀ ਕਰਨਗੇ। ਗੁਰਬਾਣੀ ਕਹਿੰਦੀ ਹੈ ਇੱਥੋਂ ਸਮਝ ਲੈ, ਇਹ ਬੰਦਾ ਬੰਦਾ ਨਹੀਂ, ਇਹ ਸੱਪ ਹੈ। ਸੱਪੈ ਦੁੱਧ ਪਿਆਈਐ ਵਿਉ ਮੁੱਖੋਂ ਸੱਟੈ। ਭਾਈ ਗੁਰਦਾਸ ਜੀ ਲਿਖਦੇ ਨੇ ਆਪਣੀਆਂ ਵਾਰਾਂ ਵਿੱਚ ਕਿ ਸੱਪ ਨੂੰ ਕਿੰਨਾ ਵੀ ਦੁੱਧ ਪਿਆਓ, ਉਹਨੇ ਮੂੰਹ ਦੇ ਵਿੱਚੋਂ ਜ਼ਹਿਰ ਹੀ ਉਗਲਣਾ ਹੈ, ਭਾਵ ਉਹਨੇ ਮਾੜਾ ਹੀ ਕਰਨਾ ਹੈ। ਮਨੁੱਖ ਤੁਸੀਂ ਉਹਦਾ ਭਲਾ ਕਰਦੇ ਹੋ, ਹਰ ਵਾਰੀ ਉਹ ਤੁਹਾਡਾ ਮਾੜਾ ਹੀ ਕਰਦਾ ਹੈ, ਤੁਹਾਨੂੰ ਬੁਰਾ ਹੋ ਕੇ ਟੱਕਰਦਾ ਹੈ। ਸਮਝ ਲਓ ਇਹ ਬੰਦਾ ਬੰਦਾ ਨਹੀਂ, ਇਹ ਸੱਪ ਦੀ ਜੂਨੀ ਵਿੱਚ ਬੜਾ ਲੰਮਾ ਸਮਾਂ ਰਿਹਾ ਹੈ। ਉਹੀ ਜੀਵਨ ਇਹਦੇ ਕੋਲ ਹੁਣ ਹੈ। ਅਤੇ ਕਈ ਬੰਦੇ ਬਿਨਾਂ ਮਤਲਬ ਤੋਂ ਹੀ ਬੋਲੀ ਜਾਣਗੇ, ਹਰ ਇੱਕ ਥਾਂ 'ਤੇ ਆਪਣੀ ਲੱਤ ਅੜਾਉਣਗੇ, ਦੱਸਣਾ ਚਾਹੁਣਗੇ ਵੀ ਮੈਂ ਬੜਾ ਸਿਆਣਾ ਹਾਂ। ਉਹਨਾਂ ਦਾ ਬੋਲਿਆ ਹੋਇਆ ਲੋਕਾਂ ਨੂੰ ਭਾਉਂਦਾ ਨਹੀਂ। ਜਿੱਥੇ ਰਿਸ਼ਤੇਦਾਰੀ ਵਿੱਚ ਵੀ ਜਾਣ, ਉਹ ਕਹਿੰਦੇ ਕਿੱਥੇ ਆ ਗਏ ਨੇ, ਹੁਣ ਚੁੱਪ ਨਹੀਂ ਹੋਣਾ, ਇਹਨੇ ਬੋਲੀ ਜਾਣਾ ਹੈ। ਗੁਰਬਾਣੀ ਕਹਿੰਦੀ ਹੈ ਇਹ ਕਾਂ ਦੀ ਬਿਰਤੀ ਹੈ। ਕਾਂ ਆਪਣੇ ਆਪ ਨੂੰ ਬੜਾ ਸਿਆਣਾ ਮੰਨਦਾ ਹੈ। ਉਹਨੂੰ ਕਿੰਨਾ ਵੀ ਸਮਝਾਓ, ਉਹਨੇ ਉਹੀ ਗੱਲਾਂ ਕਰਨੀਆਂ ਨੇ ਜੋ ਉਹਦੇ ਸੁਭਾਅ ਦੇ ਵਿੱਚ ਨੇ। ਕਊਆ ਕਾਗ ਕੋ ਅੰਮ੍ਰਿਤ ਰਸ ਪਾਈਐ, ਤ੍ਰਿਪਤੈ ਵਿਸ਼ਟਾ ਖਾਏ ਮੁਖ ਗੋ ਹੈ। ਉਹਨੂੰ ਕਿੰਨੇ ਵੀ ਤੁਸੀਂ ਚੰਗੀਆਂ ਗੱਲਾਂ ਸਿਖਾਓ, ਉਹਨੇ ਆਪਣੀ ਸਿਆਣਪ, ਉਹਨੇ ਆਪਣਾ ਆਪ ਦੱਸਣਾ ਵੀ ਮੈਂ ਕੀ ਹਾਂ। ਇਸੇ ਤਰ੍ਹਾਂ
ਮਨੁੱਖ ਦੇ ਅੰਦਰ ਸਾਰੀਆਂ ਬਿਰਤੀਆਂ ਬੈਠੀਆਂ ਹੋਈਆਂ ਨੇ, ਪਸ਼ੂ ਬਿਰਤੀਆਂ, ਜਾਨਵਰਾਂ ਵਾਲੀਆਂ, ਪੰਛੀਆਂ ਵਾਲੀਆਂ। ਕਿਸੇ ਮਨੁੱਖ ਨੂੰ ਪਦਾਰਥਾਂ ਦਾ ਭੋਗ ਭੋਗਣਾ ਬੜਾ ਚੰਗਾ ਲੱਗਦਾ, ਬੜੇ ਸਵਾਦ ਲੈ ਲੈ ਕੇ ਪਦਾਰਥ ਖਾਂਦਾ ਹੈ। ਭਾਵੇਂ ਡਾਕਟਰ ਮਨਾ ਵੀ ਕਰਦਾ ਵੀ ਇਹ ਚੀਜ਼ ਹੁਣ ਤੂੰ ਖਾ ਲਈ, ਤੇਰੇ ਵਾਸਤੇ ਜ਼ਹਿਰ ਹੈ, ਪਰ ਨਹੀਂ ਹਟਦਾ। ਕਿਉਂਕਿ ਇਹਦੇ ਅੰਦਰ ਮੱਛੀ ਵਾਲਾ ਇਹ ਸੁਭਾਅ ਹੈ। ਮੱਛੀ ਸਵਾਦ ਦੀ ਮਾਰੀ ਹੋਈ ਕੁੰਡੀ ਵਿੱਚ ਫਸ ਜਾਂਦੀ ਹੈ ਤੇ ਆਪਣਾ ਜੀਵਨ ਬਰਬਾਦ ਕਰ ਲੈਂਦੀ ਹੈ। ਮੱਛੀ ਨੂੰ ਸਭ ਨਾਲੋਂ ਜ਼ਿਆਦਾ ਚਸਕਾ ਲੈਣ ਵਾਲੀ ਮੱਛੀ, ਜਿਹਨੇ ਪਕੜਨਾ ਹੁੰਦਾ ਕੁੰਡੀ ਨਾਲ ਮਾਸ ਆਦਿਕ ਲਾ ਕੇ ਮਾੜਾ ਜਿਹਾ ਵਿੱਚ ਸੁੱਟਦਾ ਹੈ ਤੇ ਉਹਨੂੰ ਖਾਣ ਲੱਗਦੀ ਤੇ ਮੂੰਹ ਵਿੱਚ ਕੁੰਡੀ ਫਸ ਜਾਂਦੀ ਹੈ, ਤੜਫਦੀ ਹੈ। ਫਿਰ ਇਸੇ ਤਰ੍ਹਾਂ ਮਨੁੱਖ, ਡਾਕਟਰ ਨੇ ਰੋਕਿਆ ਵੀ ਹੈ ਵੀ ਇਹ ਚੀਜ਼ ਨਾ ਖਾਈ, ਤੈਨੂੰ ਇਹ ਜ਼ਹਿਰ ਦੀ ਤਰ੍ਹਾਂ ਹੈ, ਪਰ ਫਿਰ ਨਹੀਂ ਹਟਦਾ। ਫਿਰ ਖਾ ਕੇ ਫਿਰ ਤੜਫਦਾ ਹੈ, ਫਿਰ ਦੁਖੀ ਹੁੰਦਾ ਹੈ। ਇਹ ਸਾਡੇ ਅੰਦਰ ਜਿਹੜਾ ਸੁਭਾਅ ਹੈ ਇਹ ਪਸ਼ੂ ਪੰਛੀ ਜਾਨਵਰਾਂ ਵਾਲਾ ਇੱਦਾਂ ਦਾ ਕਿਉਂ ਹੈ? ਕਿਉਂਕਿ ਅਸੀਂ ਇਹਨਾਂ ਦੁਨੀਆਂ ਵਿੱਚ ਲੰਮਾ ਸਮਾਂ ਰਹੇ ਹਾਂ। ਕੋਈ ਵਿਰਲਾ ਹੈ ਜਿਹੜਾ ਮਨੁੱਖ ਦੀ ਤਰ੍ਹਾਂ ਜੀਵਦਾ ਹੈ। ਭਗਤ ਕਬੀਰ ਸਾਹਿਬ ਜੀ ਦਾ ਇੱਕ ਸ਼ਬਦ, ਉਹਦੇ ਕਈ ਹੋਰ ਹੀ ਤਰ੍ਹਾਂ ਅਰਥ ਕਰ ਦਿੰਦੇ ਨੇ ਕਿ ਨਰੂ ਮਰੈ ਨਰ ਕਾਮ ਨ ਆਵੈ, ਪਸ਼ੂ ਮਰੈ ਦਸ ਕਾਜ ਸਵਾਰੈ, ਆਪਣੇ ਕਰਮ ਕੀ ਗਤ ਮੈਂ ਕਿਆ ਜਾਨੋ ਬਾਬਾ ਰੇ। ਇਹ ਆਪਾਂ ਵੇਖਦੇ ਹਾਂ ਕਈ ਲੋਕ ਗੀਤਕਾਰਾਂ ਨੇ, ਗਾਣ ਵਾਲਿਆਂ ਨੇ ਧਾਰਮਿਕ ਗੀਤ ਵੀ ਬਣਾ ਕੇ ਗਾਇਆ ਕਿ ਪਸ਼ੂਆਂ ਦੇ ਹੱਡ ਵਿਕਦੇ, ਤੇਰਾ ਚੰਮ ਨਹੀਂ ਕਿਸੇ ਕੰਮ ਆਉਣਾ। ਪਰ ਅੱਜ ਜੇ ਆਪਾਂ ਉਹਨਾਂ ਦੇ ਮੁਤਾਬਕ ਅਰਥ ਕਰਾਂਗੇ ਤੇ ਸਾਇੰਸ, ਅੱਜ ਮਨੁੱਖ ਦੇ ਆਪਾਂ ਵੇਖੋ ਅੰਗ ਵਿਕਦੇ ਨੇ, ਡੈੱਡ ਬੋਡੀ ਦੇ ਵੀ ਅੰਗ ਵਿਕਦੇ ਨੇ, ਜੀਵਦੇ ਮਨੁੱਖ ਦੇ ਵੀ ਅੰਗ ਕੱਢ ਕੇ ਵੇਚ ਦਿੱਤੇ ਜਾਂਦੇ ਨੇ। ਤੇ ਫਿਰ ਉੱਥੇ ਇਹ ਅਰਥ ਨਹੀਂ ਟੁਕੇਗਾ ਕਿ ਪਸ਼ੂ ਮਨੁੱਖ ਦਾ ਤੇ ਚੰਮ ਵੀ ਕੰਮ ਨਹੀਂ ਆਉਂਦਾ। ਹੁਣ ਤਾਂ ਇਹ ਸਾਰਾ ਮਨੁੱਖ ਦੀ ਬੋਡੀ ਜਿਹੜੀ ਕੰਮ ਆਉਂਦੀ ਹੈ, ਦਵਾਈਆਂ ਵਿੱਚ ਪੈਂਦੀ, ਚਰਬੀ ਆਦਿਕ। ਨਰੂ ਮਰੈ ਨਰ ਕਾਮ ਨ ਆਵੈ, ਪਸ਼ੂ ਮਰੈ ਦਸ ਕਾਜ ਸਵਾਰੈ। ਅਸਲ ਵਿੱਚ ਇਸ ਸ਼ਬਦ ਦੀ ਵਿਆਖਿਆ, ਉਹਨਾਂ ਪੰਕਤੀਆਂ ਦੀ ਵਿਆਖਿਆ ਇੱਥੇ ਕਰ ਦਿੱਤੀ ਭਗਤ ਕਬੀਰ ਸਾਹਿਬ ਨੇ। ਮਨੁੱਖ ਦੇ ਅੰਦਰੋਂ ਨਰਪੁਣਾ ਮਰ ਜਾਵੇ, ਜ਼ਮੀਰ ਮਰ ਜਾਵੇ, ਮਨੁੱਖਤਾ ਮਰ ਜਾਵੇ ਤੇ ਇਹ ਕਿਸੇ ਦੇ ਕੰਮ ਨਹੀਂ ਆਉਂਦਾ। ਮਨੁੱਖ ਦੇ ਅੰਦਰੋਂ ਮਨੁੱਖਤਾ ਮਰ ਗਈ, ਅਣਖ ਮਰ ਗਈ, ਜ਼ਮੀਰ ਮਰ ਗਈ, ਆਪਣਾ ਦੇਸ਼ ਵੇਚ ਦਿੰਦਾ ਹੈ, ਆਪਣੀ ਕੌਮ ਨੂੰ ਵੇਚ ਦਿੰਦਾ। ਉਹ ਕਹਿੰਦਾ ਮੇਰਾ ਘਰ ਭਰਨਾ ਚਾਹੀਦਾ, ਵੇਖੀ ਜਾਵੇਗੀ ਪੰਥ ਨੂੰ, ਮੇਰਾ ਹੀ ਟੱਬਰ ਪਲਣਾ ਚਾਹੀਦਾ, ਪੰਥ ਨੂੰ ਫਿਰ ਵੇਖ ਲਾਂਗੇ। ਉਹ ਪੰਥ ਨੂੰ ਵੇਚ ਦਿੰਦਾ ਹੈ, ਧਾਰਮਿਕ ਗ੍ਰੰਥਾਂ ਨੂੰ ਵੇਚ ਦਿੰਦਾ ਹੈ, ਬੜਾ ਕੁਝ ਕਰ ਦਿੰਦੇ ਨੇ ਕਿਉਂਕਿ ਅੰਦਰੋਂ ਮਨੁੱਖਤਾ ਮਰ ਗਈ। ਇੱਕ ਉਹ ਵੀ ਹੁੰਦੇ ਨੇ ਜਿਹੜੇ ਆਪਣੀ ਕੌਮ ਤੋਂ, ਪੰਥ ਤੋਂ, ਆਪਣੇ ਗੁਰੂ ਤੋਂ ਕੁਰਬਾਨ ਹੋ ਜਾਂਦੇ ਨੇ, ਸਦਕੇ ਹੋ ਜਾਂਦੇ ਨੇ। ਇਤਿਹਾਸ ਹੈ, ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਗੁਰੂ ਤੋਂ ਕੁਰਬਾਨ ਹੋ ਰਹੇ ਨੇ। ਜੇ ਅੱਜ ਵਰਗੇ ਹੁੰਦੇ ਤੇ ਉਹ ਕਹਿੰਦੇ ਸਾਨੂੰ ਇੰਨਾ ਪੈਸਾ ਦੇ ਦੇ, ਗੁਰੂ ਨੂੰ ਜੋ ਮਰਜ਼ੀ ਕਰ, ਪਰ ਉਹ ਸ਼ਹੀਦ ਹੁੰਦੇ ਨੇ। ਇਸ ਤਰ੍ਹਾਂ ਹੋਰ ਵੀ ਪ੍ਰਮਾਣ ਨੇ ਬੇਅੰਤ। ਭਾਈ ਲਛਮਣ ਸਿੰਘ ਵਰਗੇ ਗੁਰਸਿੱਖ, ਜਿਹੜਾ ਸਾਕਾ ਨਨਕਾਣਾ ਸਾਹਿਬ ਦਾ ਹੋਇਆ ਨਾ, ਕਿੰਨੀ ਭਾਵਨਾ ਹੋਵੇਗੀ। ਕਹਿੰਦੇ ਹੁਣ ਅਰਦਾਸ ਕਰ ਦਿੱਤੀ, ਪਿੱਛੇ ਨਹੀਂ ਮੁੜਨਾ, ਤੇ ਸ਼ਾਂਤਮਈ ਢੰਗ ਨਾਲ ਉਹ ਚਾਹੁੰਦੇ ਡਾਂਗਾਂ ਗੰਡਾਸੇ ਬੰਦੂਕਾਂ ਲੈ ਕੇ ਜਾ ਸਕਦੇ ਸੀ, ਪਰ ਕਹਿੰਦੇ ਨਹੀਂ, ਅਸੀਂ ਆਪਣੇ ਗੁਰੂ ਦੇ ਘਰ ਜਾਣਾ, ਸ਼ਾਂਤਮਈ ਢੰਗ ਦੇ ਨਾਲ ਅਸੀਂ ਆਪਣਾ ਉੱਥੇ ਧਰਨਾ ਦੇਣਾ ਹੈ, ਰੋਸ ਕਰਨਾ ਹੈ। ਤੇ ਉੱਥੇ ਜਿਹੜੇ ਵਕਾਰੀ ਅੰਦਰ ਕਾਬਜ਼ ਹੋਏ ਬੈਠੇ ਨੇ ਉਹਨਾਂ ਨੂੰ ਬਾਹਰ ਕੱਢਣਾ ਹੈ। ਤੇ ਉੱਥੇ ਉਹਨਾਂ ਦੀਆਂ ਤਕਰੀਬਨ, ਤੁਸੀਂ ਸਾਕਾ ਨਨਕਾਣਾ ਸਾਹਿਬ ਦਾ ਪੜ੍ਹੋ, 250 ਦੇ ਕਰੀਬ ਉੱਥੋਂ ਖੋਪੜੀਆਂ ਜਿਹੜੀਆਂ ਨੇ ਉਹ ਮਿਲੀਆਂ ਸੀ। ਜੀਵਦਿਆਂ ਨੂੰ ਜੰਡਾਂ ਨਾਲ ਬੰਨ੍ਹ ਕੇ ਸਾੜ ਦਿੱਤਾ। ਬਹੁਤ ਕੁਝ ਉੱਥੇ ਹੋਇਆ। ਉਹ ਸਦਕੇ ਹੋਣ ਵਾਲੇ ਵੀ ਗੁਰਸਿੱਖ ਨੇ। ਤਾਂ ਅੰਦਰੋਂ ਜਦੋਂ
ਪਸ਼ੂ ਬਿਰਤੀ ਮਰ ਗਈ, ਫਿਰ ਉਹ ਮਨੁੱਖ ਆਪਣੇ ਧਰਮ ਤੋਂ, ਕੌਮ ਤੋਂ, ਦੇਸ਼ ਤੋਂ ਸਦਕੇ ਜਾਂਦਾ ਹੈ। ਪਰ ਜੇ ਪਸ਼ੂ ਬਿਰਤੀ ਹੈ, ਅੰਦਰ ਬੈਠੇ ਨੇ ਪਸ਼ੂ, ਫਿਰ ਕੀ ਕਰਦਾ ਹੈ? ਆਪਾਂ ਵੇਖਦੇ ਹਾਂ, ਪਸ਼ੂ ਨੂੰ ਆਪਣੀ ਮਾਂ ਦਾ ਨਹੀਂ ਪਤਾ, ਪਸ਼ੂ ਨੂੰ ਆਪਣੇ ਪਿਓ ਦਾ ਨਹੀਂ ਪਤਾ, ਜਾਨਵਰਾਂ ਨੂੰ ਨਹੀਂ ਪਤਾ ਇਹਨਾਂ ਚੀਜ਼ਾਂ ਦਾ। ਹਾਂ, ਕੁਝ ਸਮੇਂ ਵਾਸਤੇ ਉਹ ਮੋਹ ਮਮਤਾ ਵਿੱਚ ਹੁੰਦੇ ਨੇ, ਮੁੜ ਕੇ ਆਪਣੇ ਹੀ ਪਸ਼ੂ ਆਪਣੀ ਮਾਂ ਨੂੰ ਮਾਰਨ ਲੱਗ ਜਾਂਦਾ, ਕਿਉਂਕਿ ਉਹਨੂੰ ਪਤਾ ਨਹੀਂ ਮੇਰੀ ਮਾਂ ਹੈ, ਮੇਰੀ ਭੈਣ ਹੈ, ਮੇਰਾ ਭਰਾ ਹੈ। ਰਿਸ਼ਤੇ ਤਾਂ ਉਹਨਾਂ ਦੇ ਵੀ ਨੇ, ਸੰਬੰਧ ਤਾਂ ਉਹਨਾਂ ਦੇ ਵੀ ਨੇ। ਨਰੂ ਮਰੈ ਨਰ ਕਾਮ ਨ ਆਵੈ, ਪਸ਼ੂ ਮਰੈ 10 ਕਾਜ ਸਵਾਰੈ। ਜੇ ਮਨੁੱਖ ਦੇ ਅੰਦਰੋਂ ਨਰਪੁਣਾ ਮਰ ਗਿਆ, ਕਿਸੇ ਦੇ ਕੰਮ ਨਹੀਂ ਆਵੇਗਾ। ਪਰ ਜਦੋਂ ਮਨੁੱਖ ਦੇ ਅੰਦਰ ਜਿਹੜੇ ਪਸ਼ੂ ਬੈਠੇ ਨੇ ਇਹ ਮਰ ਗਏ, ਫਿਰ ਇਹ 10 ਕਾਜ ਸਵਾਰਦਾ। ਭਾਵ ਆਪਣਾ ਪਰਿਵਾਰ ਤੇ ਚਲਾਉਂਦਾ ਹੀ ਹੈ, ਆਪਣੀ ਕੌਮ ਵਾਸਤੇ, ਆਪਣੇ ਦੇਸ਼ ਵਾਸਤੇ, ਹੋਰ ਲੋਕਾਂ ਵਾਸਤੇ ਵੀ ਸੇਵਾ ਕਰਨ ਲੱਗ ਜਾਂਦਾ। ਕਿਸੇ ਨੂੰ ਕੰਮ ਪੈ ਗਿਆ, ਕਿਸੇ ਨੂੰ ਵਿਪਤਾ ਪੈ ਗਈ, ਉੱਠ ਕੇ ਨਾਲ ਤੁਰ ਪੈਂਦਾ, ਚੱਲ ਬਈ ਇਹਦੇ 'ਤੇ ਔਖਾ ਟਾਈਮ ਬਣਿਆ ਹੈ, ਇਹਦੇ ਨਾਲ ਚੱਲੀਏ। ਆਪਾਂ ਵੇਖੀਏ ਕੋਈ ਕਾਂ ਵੀ ਮਰ ਜਾਵੇ ਨਾ, ਤੇ ਉਹ ਵੀ ਕਾਂ ਰੌਲਾ ਪਾਉਣ ਲੱਗ ਜਾਂਦੇ ਨੇ ਵੀ ਸਾਡਾ ਕੋਈ ਮਰ ਗਿਆ ਹੈ। ਤੇ ਅੱਜ ਆਪਾਂ ਵੇਖਦੇ ਹਾਂ ਕਿਸੇ ਦੇ ਘਰ ਕੋਈ ਦੁੱਖ ਵਾਪਰ ਜੇ ਤੇ ਗੁਆਂਢੀ ਬੂਹਾ ਮਾਰ ਲੈਂਦੇ ਨੇ, ਸਾਨੂੰ ਜਾਣਾ ਨਾ ਪੈ ਜਾਵੇ, ਕਿਉਂਕਿ ਮਨੁੱਖ ਦੇ ਅੰਦਰੋਂ ਮਨੁੱਖਤਾ ਮਰ ਗਈ, ਪਸ਼ੂ ਬਿਰਤੀ ਆ ਗਈ। ਪਸ਼ੂ ਨੂੰ ਨਹੀਂ ਪਤਾ ਵੀ ਕੌਣ ਮਰਿਆ, ਕੌਣ ਜੰਮਿਆ, ਕਿਸੇ ਦੀ ਖੁਸ਼ੀ ਗਮੀ ਦਾ ਉਹਨੂੰ ਕੋਈ ਸੰਬੰਧ ਨਹੀਂ ਹੈ। ਹਾਲਾਂਕਿ ਪਸ਼ੂ ਕਈ ਗੁਣਾਂ ਵਿੱਚ ਸਾਡੇ ਨਾਲੋਂ ਅੱਗੇ ਨੇ। ਇਹ ਪਸ਼ੂਆਂ ਵਾਲਾ ਸੁਭਾਅ ਸਾਡੇ ਅੰਦਰ ਕਿਉਂ ਹੈ, ਜਾਨਵਰਾਂ ਵਾਲਾ ਕਿਉਂ ਹੈ? ਕਿਉਂਕਿ ਕਈ ਜਨਾਂ ਬਾਪ ਉਹਨਾਂ ਦੁਨੀਆਂ ਵਿੱਚ ਰਹਿ ਚੁੱਕੇ ਹਾਂ। ਅਤੇ ਇਹ ਗੁਰਬਾਣੀ ਜਦੋਂ ਆਪਾਂ ਪੜ੍ਹਾਂਗੇ, ਗੁਰਬਾਣੀ ਸਾਡੇ ਅੰਦਰੋਂ ਉਹ ਪਸ਼ੂਆਂ ਨੂੰ ਬਾਹਰ ਕੱਢਦੀ ਹੈ, ਉਹਨਾਂ ਪਸ਼ੂਆਂ ਵਾਲੀ ਬਿਰਤੀ ਨੂੰ ਤਬਦੀਲ ਕਰ ਦਿੰਦੀ ਹੈ। ਉਹ ਸਾਰੀ ਗੱਲ ਇਸ ਸ਼ਬਦ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਬਿਆਨ ਕਰਦੇ ਨੇ। ਫੀਲ ਰਬਾਬੀ ਬਲਦ ਪਖਾਵਜ, ਕਊਆ ਤਾਲ ਬਜਾਵੈ, ਪੈਰ ਚੋਲਣਾ ਗਧਾ ਨਾਚੈ, ਭੈਸਾ ਭਗਤ ਕਰਾਵੈ। ਮਨੁੱਖ ਦੇ ਅੰਦਰ ਇਹ ਪਸ਼ੂ ਬੈਠੇ ਨੇ ਸਾਰੇ। ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਬਚਨ ਫਿਰ ਦੁਹਰਾ ਲਈਏ। ਮਹਾਰਾਜ ਕਹਿੰਦੇ, ਉਦਿਆਨ ਬਸਨੰ ਸੰਸਾਰੰ, ਸੰਬੰਧੀ ਸਵਾਨ ਸਿਆਲ ਖਰੈ। ਇਹ ਸੰਸਾਰ ਰੂਪੀ ਜੰਗਲ ਵਿੱਚ ਬੰਦਾ ਰਹਿ ਰਿਹਾ ਅਤੇ ਇਹ ਪਸ਼ੂ ਬਿਰਤੀ ਵਿੱਚ ਜੀ ਰਿਹਾ ਹੈ। ਅਤੇ ਇਹਦੇ ਸੰਬੰਧੀ ਕੌਣ ਨੇ? ਕੁੱਤਾ, ਗਿੱਦੜ ਅਤੇ ਗਧਾ ਆਦਿਕ, ਇਹ ਸਾਰੇ ਜਾਨਵਰਾਂ ਦੀ ਬਿਰਤੀ ਇਹਦੇ ਸੰਬੰਧੀ ਨੇ। ਭਾਵ ਉਸੇ ਤਰ੍ਹਾਂ ਦੀ ਬਿਰਤੀ ਵਾਲਿਆਂ ਨਾਲ ਸਾਡਾ ਪ੍ਰੇਮ ਬਣਦਾ ਜਿਸ ਤਰ੍ਹਾਂ ਦੀ ਸਾਡੀ ਬਿਰਤੀ ਹੈ। ਜੇ ਸਾਡੀ ਬਿਰਤੀ ਪਸ਼ੂਆਂ ਵਾਲੀ, ਅਤੇ ਪਸ਼ੂਆਂ ਵਾਲੀ ਜਿਹੜੀ ਬਿਰਤੀ ਜਿਹਨਾਂ ਲੋਕਾਂ ਦੀ ਹੈ, ਉਹਨਾਂ ਨਾਲ ਸਾਡਾ ਪਿਆਰ ਬਣਦਾ ਹੈ। ਸ਼ਰਾਬ ਪੀਣ ਵਾਲਿਆਂ ਦਾ ਸ਼ਰਾਬੀਆਂ ਨਾਲ ਮੇਲ ਬਣਦਾ ਹੈ। ਉਹ ਕਿਸੇ ਸੋਫੀ ਦੇ ਘਰ ਚਲੇ ਜਾਣ, ਕਹਿੰਦੇ ਉਹਦੇ ਘਰ ਕੀ ਕਰਨ ਜਾਣਾ ਯਾਰ, ਉੱਥੇ ਤਾਂ ਕੁਝ ਖਾਣ ਪੀਣ ਨੂੰ ਮਿਲਣਾ ਹੀ ਨਹੀਂ ਹੈ। ਹਾਲਾਂਕਿ ਉਹਨਾਂ ਨੇ ਭਾਵੇਂ 36 ਪ੍ਰਕਾਰ ਦੇ ਪਦਾਰਥ ਤਿਆਰ ਕੀਤੇ ਹੋਣ, ਉਹ ਉਹਦੀ ਨਿਗਾਹ ਵਿੱਚ ਨਹੀਂ ਆਉਣਗੇ, ਕਿਉਂਕਿ ਉਹ ਬਿਰਤੀ ਉਹਦੀ ਪਸ਼ੂਆਂ ਵਾਲੀ ਹੈ। ਅਤੇ ਉਹ ਪਸ਼ੂ ਬਿਰਤੀ ਵਾਲੇ ਜਿਹੜੇ ਉਹਦੇ ਨਾਲ ਦੇ ਨੇ, ਭਾਵੇਂ ਰੋਟੀ ਨਾ ਵੀ ਪੁੱਛਣ, ਜਿਹਨਾਂ ਨੂੰ ਉਹਨਾਂ ਨੂੰ ਖਵਾ ਪਿਆ ਦਿੱਤਾ, ਕੋਈ ਨਸ਼ਾ, ਕਹਿਣਗੇ ਹਾਂ ਉਹਨੇ ਬੜੀ ਸੇਵਾ ਕੀਤੀ ਹੈ। ਪਸ਼ੂ ਬਿਰਤੀ ਵਾਲੇ ਦਾ ਪਸ਼ੂ ਬਿਰਤੀ ਨਾਲ ਮੇਲ ਹੈ। ਇਹ ਪਸ਼ੂ ਬਿਰਤੀ ਅੰਦਰੋਂ ਜਦੋਂ ਤੱਕ ਖਤਮ ਨਹੀਂ ਹੁੰਦੀ, ਜੀਵ ਦੁੱਖ ਦੇ ਵਿੱਚ ਰਹੇਗਾ, ਆਵਾਗਮਨ ਦੇ ਵਿੱਚ ਰਹੇਗਾ। ਅਤੇ ਭਗਤ ਕਬੀਰ ਸਾਹਿਬ ਕਹਿੰਦੇ ਇੱਥੇ ਉਹ ਸਾਡੀ ਬਿਰਤੀ ਤਬਦੀਲ ਹੋ ਗਈ ਹੈ। ਉਹ ਭਗਤ ਕਬੀਰ ਸਾਹਿਬ ਨੇ ਇਹਦੇ ਪਾਵਨ ਸ਼ਬਦ ਦੇ ਵਿੱਚ ਜੋ ਉਪਦੇਸ਼ ਕੀਤਾ, ਇਹ ਸ਼ਬਦ ਦੀ ਵਿਆਖਿਆ ਆਪਾਂ ਕੱਲ੍ਹ ਨੂੰ ਕਰਾਂਗੇ। ਆਉਣ ਵਾਲੇ ਸਮੇਂ ਅੰਦਰ ਸਤਿਗੁਰੂ ਮਿਹਰਾਮਤ ਕਰਨ। ਇਹ ਸ਼ਬਦ ਦੇ ਕੁਝ ਪ੍ਰਮਾਣ ਐਸੇ ਵਰਤ ਕੇ ਭਗਤ ਕਬੀਰ ਸਾਹਿਬ ਨੇ ਸਾਡੇ ਅੰਦਰ ਦੀ ਵਿਵਸਥਾ ਨੂੰ ਦੱਸਿਆ ਹੈ। ਅਤੇ ਉਹ ਨਾਮ ਜਪ ਕੇ ਚੇਂਜ ਕਿਵੇਂ ਹੋ ਗਈ ਹੈ। ਉਹੀ ਅੰਦਰ ਜਿਹੜੇ ਸਾਡੇ ਔਗਣ ਬਣੇ ਬੈਠੇ ਸਨ, ਉਹ ਗੁਣ ਰੂਪ ਵਿੱਚ ਤਬਦੀਲ ਹੋ ਗਏ ਨੇ, ਉਹੀ ਵਧੀਆ ਹੋ ਗਏ ਨੇ। ਉਹ ਭਗਤ ਕਬੀਰ ਸਾਹਿਬ ਜਿਸ ਪਾਵਨ ਸ਼ਬਦ ਦੇ ਵਿੱਚ ਕਿਰਪਾ ਕਰ ਰਹੇ ਨੇ। ਆਪਾਂ ਆਉਣ ਵਾਲੇ ਸਮੇਂ ਅੰਦਰ ਸਾਂਝ ਪਾਵਾਂਗੇ। ਸਤਿਗੁਰੂ ਮਿਹਰਾਮਤ ਕਰਨ। ਸਾਡੇ ਅੰਦਰ ਜਿਹੜੀ ਪਸ਼ੂ ਬਿਰਤੀ ਹੈ, ਨਰੂ ਮਰੈ ਨਰ ਕਾਮ ਨ ਆਵੈ, ਪਸ਼ੂ ਮਰੈ, ਉਹ ਜਿਹੜੇ ਅੰਦਰ ਪਸ਼ੂ ਬੈਠੇ ਨੇ ਉਹ ਮਰ ਜਾਣ, 10 ਕਾਜ ਸਵਾਰੈ। ਪਸ਼ੂਆਂ ਵਾਲੀ ਬਿਰਤੀ 'ਚੋਂ ਬਾਹਰ ਨਿਕਲ ਸਕੀਏ, ਜਾਨਵਰਾਂ ਵਾਲੀ ਬਿਰਤੀ ਵਿੱਚੋਂ ਬਾਹਰ ਨਿਕਲ ਸਕੀਏ। ਸਤਿਗੁਰੂ ਮਿਹਰਾਮਤ ਕਰਨ। ਬਾਣੀ ਬਾਣੇ ਦੇ ਧਾਰਨੀ ਹੋਈਏ।
ਹੋਈਆਂ ਭੁੱਲਾਂ ਦੀ ਖਿਮਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀਓ, ਬਾਬਾ ਖੇਰ ਸਿੰਘ ਜੀ ਜਿਨ੍ਹਾਂ ਨੇ ਇਹ ਅਸਥਾਨ ਬਣਾਇਆ, ਉਹਨਾਂ ਦੀ ਬਰਸੀ ਜਿਹੜੀ ਹੈ 8 ਤਰੀਕ ਨੂੰ ਮਨਾਈ ਜਾਣੀ ਹੈ। ਹੁਣ ਜੋ ਸਹਿਜ ਪਾਠ ਆਰੰਭ ਹੋਣਾ ਹੈ, ਆਪ ਸੰਗਤਾਂ ਨੂੰ ਬੇਨਤੀ ਹੈ ਹਾਜ਼ਰੀਆਂ ਭਰ ਕੇ ਬਾਣੀ ਸਰਵਣ ਕਰਕੇ ਲਾਹੇ